ਇਹ ਸੰਦੇਸ਼ ਪਰਮੇਸ਼ਰ ਦੇ ਬੰਦੇ ਭਾਈ ਡਾਲਟਨ ਬਰੂਸ ਦੇ ਵੱਲੋਂ 1 ਮਈ 2020 ਦੇ ਵਿੱਚ ਬੈਥਲ ਦਾ ਹਾਊਸ ਆਫ ਗॉड ਟ੍ਰਿਨੀਡਾਡ ਵੈਸਟ ਇੰਡੀਜ਼ ਦੇ ਵਿੱਚ ਪ੍ਰਚਾਰ ਕੀਤਾ ਗਿਆ। ਇਸ ਸੰਦੇਸ਼ ਦਾ ਟਾਈਟਲ ਹੈ ਪਰਮੇਸ਼ਰ ਦੇ ਬੱਚਿਓ, ਕੀ ਅਸੀਂ ਉਸ ਦੀ ਬਵਾ ਅਤੇ ਨਿਆਂ ਦੇ ਵਿਰੁੱਧ ਸੁਰੱਖਿਅਤ ਹਾਂ? ਪਰਮੇਸ਼ਰ ਦੇ ਬੱਚਿਓ, ਅਸੀਂ ਅਜੇ ਵੀ ਪਵਿੱਤਰ ਆਤਮਾ 'ਤੇ ਥੋੜ੍ਹਾ ਬੋਲਣ ਵਾਲੇ ਹਾਂ ਅਤੇ ਕੁਝ ਅਜੀਬ ਗੱਲਾਂ ਦੇ ਬਾਰੇ ਜਿਨ੍ਹਾਂ ਨੂੰ ਕੁਝ ਗਰੁੱਪ ਫੈਲਾ ਰਹੇ ਹਨ। ਸਭ ਤੋਂ ਵੱਧ ਸੁਚੇਤ ਕਰਨ ਵਾਲੀ ਚੀਜ਼ ਇਹ ਹੈ ਜਿਹੜੇ ਉਹ ਕਹਿ ਰਹੇ ਹਨ ਕਿ ਪਵਿੱਤਰ ਆਤਮਾ ਵਚਨ ਹੈ, ਅਤੇ ਜਦ ਕਿ ਇਹ ਪਵਿੱਤਰ ਆਤਮਾ ਹੈ, ਅਸੀਂ ਧਰਤੀ ਤੋਂ ਉਠਾਏ ਜਾਣ ਲਈ ਤਿਆਰ ਹੋ ਰਹੇ ਹਾਂ। ਇੱਥੋਂ ਤੱਕ ਕਿਉਂਕਿ ਇਹ ਮਹਾਨ ਵਾਇਰਸ ਜੋ ਇਸ ਸਮੇਂ ਲੰਘ ਰਿਹਾ ਹੈ, ਇਹ ਇੱਕ ਚਿੰਨ੍ਹ ਹੈ ਕਿ ਉਠਾਏ ਜਾਣਾ ਹੋਣ ਵਾਲਾ ਹੈ। ਅਤੇ ਉਹ ਦੁਲਹਨ ਦੀ ਭਾਸ਼ਾ ਦੇ ਵਿੱਚ ਸ਼ਬਦ ਟੋਕਨ ਦਾ ਇਸਤੇਮਾਲ ਕਰਦੇ ਹਨ, ਜੋ ਕਿ ਪਰਮੇਸ਼ਰ ਦੀ ਮਹਾਨ ਮੋਹਰ ਨੂੰ ਪੇਸ਼ ਕਰਦਾ ਹੈ। ਅਤੇ ਧਰਤੀ ਦੇ ਉੱਪਰ ਇਹ ਭਵਿੱਖਬਾਣੀ ਹੋਈ ਹੈ ਕਿ ਪਵਿੱਤਰ ਆਤਮਾ ਦਾ ਵਹਾਇਆ ਜਾਣਾ ਅਤੇ ਡਾਇਨਾਮਿਕ ਸ਼ਕਤੀ ਦਾ ਤੁਹਾਡੇ ਪਰਮੇਸ਼ਰ ਦੇ ਬੱਚਿਆਂ ਦੇ ਵਿਚਕਾਰ ਹੋਣਾ ਹੈ। ਇੱਥੋਂ ਤੱਕ ਕਿ ਇਹ ਮੰਨਿਆ ਜਾਂਦਾ ਹੈ ਕਿ ਇਹ ਪਵਿੱਤਰ ਆਤਮਾ ਦਾ ਵਹਾਇਆ ਜਾਣਾ ਆਖਰੀ ਬਾਰਿਸ਼ ਹੈ। ਮਹਾਨ ਆਦਮੀਆਂ, ਬਹੁਤ ਹੀ ਵਧੀਆ ਪ੍ਰਚਾਰਕਾਂ, ਪਰਮੇਸ਼ਰ ਦੇ ਮਸਾ ਕੀਤੇ ਹੋਏ ਆਦਮੀਆਂ ਦੇ ਦੁਆਰਾ ਆਖਰੀ ਬਾਰਿਸ਼ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਬੋਲੀਆਂ ਗਈਆਂ ਸਨ। ਇਸ ਲਈ ਵਿਸ਼ਵਾਸੀ ਹੋਣ ਦੇ ਨਾਤੇ ਇੱਕ ਮਹਾਨ ਪ੍ਰਸ਼ਨ ਸਾਡੇ ਦਿਮਾਗ ਵਿੱਚ ਆਉਂਦਾ ਹੈ ਕਿ ਕੌਣ ਪਵਿੱਤਰ ਸ਼ਾਸਤਰ ਦਾ ਅਤੇ ਮਹਾਨ ਆਦਮੀਆਂ ਦੀਆਂ ਕਈਆਂ ਹੋਈਆਂ ਗੱਲਾਂ ਦਾ ਅਧਿਐਨ ਕਰੇਗਾ। ਉਦਾਹਰਨ ਦੇ ਲਈ, ਇੱਕ ਮਸਾ ਕੀਤਾ ਹੋਇਆ ਪ੍ਰਚਾਰਕ ਉੱਚੀ ਦਿਨੀ ਚਲਾਇਆ ਅਤੇ ਕਿਹਾ ਕਿ ਇਹ ਬਾਅਦ ਵਾਲੀ ਬਾਰਿਸ਼ ਧਰਤੀ ਨੂੰ ਸਾਫ਼ ਕਰੇਗੀ ਅਤੇ ਅਜਿਹੀ ਡਾਇਨਾਮਿਕ ਸ਼ਕਤੀ ਹੋਵੇਗੀ ਕਿ ਜਿਸ ਤਰ੍ਹਾਂ ਉਹ ਪੈਂਤੇਕੁਸਤ ਦੇ ਦਿਨ ਪਰਮੇਸ਼ਰ ਦੇ ਦੁਆਰਾ ਕਲੀਸਿਆ ਉੱਤੇ ਸਾਮਰਥ ਭੇਜਣ ਤੋਂ ਬਾਅਦ ਕੰਮ ਕਰਦੇ ਸਨ, ਉੱਦਾਂ ਦੇ ਕੰਮ ਹੀ ਉਹ ਵੀ ਕਰਨਗੇ। ਇਸ ਵਿਸ਼ੇ ਦੇ ਉੱਪਰ ਦੁਬਾਰਾ ਸਾਡਾ ਥੋੜ੍ਹਾ ਜਿਹਾ ਵਿਚਾਰ ਵਟਾਂਦਰਾ ਅਸੀਂ ਮਹਿਸੂਸ ਕਰਦੇ ਹਾਂ, ਇਹ ਬਹੁਤ ਮਹੱਤਵਪੂਰਨ ਹੈ, ਖਾਸ ਕਰਕੇ ਜਦੋਂ ਅਸੀਂ ਇਸ ਦਾਅਵੇ ਦੀ ਤੁਲਨਾ ਕਰਦੇ ਹਾਂ ਕਿ ਪਵਿੱਤਰ ਆਤਮਾ ਸਾਡੇ ਦੁਨੀਆ ਭਰ ਦੇ ਵਿਸ਼ਵਾਸੀਆਂ ਦੇ ਵਿੱਚ ਪਰਮੇਸ਼ਰ ਦੀ ਮੋਹਰ ਹੈ, ਕਿ ਪਰਮੇਸ਼ਰ ਦਾ ਵਚਨ ਸੱਚਾਈ ਦਾ ਵਚਨ, ਪ੍ਰਗਟ ਕੀਤਾ ਹੋਇਆ ਵਚਨ ਹੀ ਪਰਮੇਸ਼ਰ ਦੀ ਮੋਹਰ ਹੈ, ਪਵਿੱਤਰ ਆਤਮਾ ਦਾ ਬਪਤਿਸਮਾ ਹੈ। ਅਤੇ ਕਿਉਂ ਇਹ ਬਹੁਤ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਲਿਆਂਦਾ ਗਿਆ ਕਿ ਜਦੋਂ ਤੁਲਨਾ ਕੀਤੀ ਗਈ ਕਿ ਕਿਸ ਤਰ੍ਹਾਂ ਪੈਂਤੇਕੁਸਤ ਦੇ ਦਿਨ ਪਰਮੇਸ਼ਰ ਦੀ ਮੋਹਰ ਨੂੰ ਪ੍ਰਾਪਤ ਕੀਤਾ ਗਿਆ, ਕਿ ਇਹ ਸਾਡੇ ਪ੍ਰਭੂ ਯਿਸੂ ਤੋਂ ਰੱਬੀ ਪ੍ਰਕਾਸ਼ਨ ਦੇ ਦੁਆਰਾ ਸਭ ਤੋਂ ਪਹਿਲਾਂ ਵਚਨ ਨੂੰ ਹਾਸਲ ਕਰਨਾ ਸੀ, ਅਤੇ ਉਸਨੇ ਆਪਣੇ ਉਠਾਏ ਜਾਣ ਦੇ ਵੇਲੇ ਉਹਨਾਂ ਨੂੰ ਕਿਹਾ ਕਿ ਤੁਸੀਂ ਯਰੂਸ਼ਲਮ ਦੇ ਵਿੱਚ ਠਹਿਰੇ ਰਹੋ ਜਦ ਤੱਕ ਤੁਸੀਂ ਉੱਪਰੋਂ ਸ਼ਕਤੀ ਨਾ ਪਾ ਲਵੋ, ਫਿਰ ਤੁਸੀਂ ਮੇਰੇ ਗਵਾਹ ਹੋਵੋਗੇ। ਅਸੀਂ ਵਿਸ਼ਵਾਸੀ ਤੁਹਾਡਾ ਇੱਕ ਹਿੱਸਾ ਹੋ ਸਕਦੇ ਹਾਂ, ਤੁਹਾਡੇ ਵੱਡੇ ਸਮੂਹਾਂ ਦਾ, ਵੱਡੇ ਆਦਮੀਆਂ, ਜ਼ਿਆਦਾ ਸਫਲ, ਬਾਈਬਲ ਦੀ ਜ਼ਿਆਦਾ ਵਾਕਫੀਅਤ ਵਾਲੇ ਆਦਮੀ ਅਤੇ ਕਈ ਹੋਰ ਮਸਾ ਕੀਤੇ ਹੋਏ ਬਿਆਨਾਂ ਦਾ। ਅਸੀਂ ਇਹ ਸਿਰਫ ਦੂਰ ਤੋਂ ਹੀ ਉਹਨੂੰ ਦੇਖ ਸਕਦੇ ਹਾਂ ਅਤੇ ਸਮਝਦੇ ਹਾਂ ਕਿ ਵਚਨ ਪਹਿਲਾਂ ਆਇਆ ਅਤੇ ਵਚਨ ਨੂੰ ਸਵੀਕਾਰ ਕੀਤਾ ਗਿਆ ਸੀ ਅਤੇ ਵਿਸ਼ਵਾਸ ਕੀਤਾ ਗਿਆ। ਫਿਰ ਚੇਲਿਆਂ ਨੂੰ ਉੱਪਰਲੇ ਚੁਬਾਰੇ ਵਿੱਚ ਜਾਣਾ ਪਿਆ ਅਤੇ ਤਦ ਤੱਕ ਰੁਕਣਾ ਪਿਆ ਜਾਂ ਇੰਤਜ਼ਾਰ ਕਰਨੀ ਪਈ ਜਦ ਤੀਕਰ ਉਹਨਾਂ ਦੇ ਉੱਪਰ ਪਵਿੱਤਰ ਆਤਮਾ ਦਾ ਵਹਾਇਆ ਜਾਣਾ, ਪਰਮੇਸ਼ਰ ਦੀ ਸ਼ਕਤੀ, ਪਰਮੇਸ਼ਰ ਦੀ ਮੋਹਰ ਨਹੀਂ ਲੱਗੀ। ਤਦ ਉਹ ਪਰਮੇਸ਼ਰ ਦੀ ਮਹਾਨ ਸ਼ਕਤੀ ਨਾਲ ਬਾਹਰ ਗਏ ਅਤੇ ਬਹੁਤ ਸਾਰੇ ਲੋਕਾਂ ਨੂੰ ਪਵਿੱਤਰ ਆਤਮਾ ਦਾ ਬਪਤਿਸਮਾ ਦਿੱਤਾ, ਪਰਮੇਸ਼ਰ ਦੀ ਮੋਹਰ ਲਗਾਈ। ਅਤੇ ਪੌਲਸ ਰਸੂਲ ਵੀ ਉਸ ਵਿੱਚ ਸ਼ਾਮਲ ਸੀ, ਜੋ ਦਮਿਸ਼ਕ ਦੇ ਰਾਹ ਉੱਤੇ ਅੱਗ ਦੇ ਖੰਭੇ ਨੂੰ ਮਿਲਿਆ ਸੀ, ਅਤੇ ਉਹਨੂੰ ਹੇਠਾਂ ਮਹਾਨ ਚੇਲੇ ਦੇ ਕੋਲ ਭੇਜਿਆ ਗਿਆ ਅਤੇ ਫਿਰ ਉਸਨੇ ਉਹਦੇ ਲਈ ਪ੍ਰਾਰਥਨਾ ਕੀਤੀ ਅਤੇ ਉਹਦੀਆਂ ਅੱਖਾਂ ਠੀਕ ਹੋ ਗਈਆਂ। ਅਤੇ ਪੌਲਸ ਨੇ ਪਵਿੱਤਰ ਆਤਮਾ ਹਾਸਲ ਕੀਤਾ ਜਦੋਂ ਉਹਨੇ ਪ੍ਰਭੂ ਯਿਸੂ ਮਸੀਹ ਨੂੰ ਸਵੀਕਾਰ ਕੀਤਾ ਅਤੇ ਸਮਰਪਣ ਕੀਤਾ। ਅਸੀਂ ਆਪਣੇ ਵਿਸ਼ਵਾਸ ਦੀ ਅਤੇ ਆਪਣੀ ਸਮਝ ਦੀ ਸੰਸਾਰ ਭਰ ਦੇ ਵਿੱਚ ਜਿਹੜੇ ਸਾਡੇ ਵਾਂਗ ਵਿਸ਼ਵਾਸ ਕਰਦੇ ਹਨ, ਉਹਨਾਂ ਮਹਾਨ ਆਦਮੀਆਂ ਦੇ ਮਸ਼ਹੂਰ ਵਿਚਾਰਾਂ ਦੇ ਨਾਲ
ਤੁਲਨਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਬਾਹਰ ਪ੍ਰਚਲਿਤ ਕੀਤੇ ਜਾ ਰਹੇ ਹਨ, ਤੇ ਅਜਿਹੀਆਂ ਸਿੱਖਿਆਵਾਂ ਅੰਤਰਰਾਸ਼ਟਰੀ ਪੱਧਰ 'ਤੇ ਸਾਰੇ ਲੋਕਾਂ ਦੇ ਕੋਲ ਗਈਆਂ ਜਿਹੜੇ ਇੱਕੋ ਜਿਹੇ ਸਮੂਹ ਅਤੇ ਇੱਕੋ ਜਿਹੀਆਂ ਸਿੱਖਿਆਵਾਂ ਦੇ ਹੋਣ, ਅਤੇ ਕਈ ਅੱਜ ਉਠਾਏ ਜਾਣ ਦੇ ਵੱਲ ਤੱਕ ਰਹੇ ਹਨ, ਇਸ ਯੁਕਤੀ ਦੇ ਆਧਾਰ 'ਤੇ ਕਿ ਉਹਨਾਂ ਕੋਲ ਪਹਿਲਾਂ ਤੋਂ ਹੀ ਪਰਮੇਸ਼ਵਰ ਦੀ ਮੋਹਰ ਹੈ ਅਤੇ ਇਹ ਪਰਮੇਸ਼ਵਰ ਦਾ ਵਚਨ ਹੈ ਜੋ ਉਹਨਾਂ ਦੇ ਵਿੱਚ ਹੈ। ਹੁਣ ਕੀ ਇਹ ਵਿਰੋਧਾਭਾਸ ਨਹੀਂ ਹੈ? ਜਦੋਂ ਇਸ ਦੀ ਪੈਂਤੇਕੁਸਤ ਦੇ ਦਿਨ ਨਾਲ ਤੁਲਨਾ ਕੀਤੀ ਜਾਵੇ, ਜਦੋਂ ਪ੍ਰਭੂ ਯਿਸੂ ਮਸੀਹ ਦੁਆਰਾ ਵਚਨ ਪਹਿਲਾਂ ਆਇਆ ਅਤੇ ਫਿਰ ਉਹ ਪੈਂਤੇਕੁਸਤ ਵੱਲ ਨੂੰ ਗਏ ਅਤੇ ਪਵਿੱਤਰ ਆਤਮਾ ਨੂੰ ਪਾਉਣ ਦੇ ਲਈ ਉਹਨਾਂ ਨੇ ਕਈ ਦਿਨਾਂ ਤੱਕ ਇੰਤਜ਼ਾਰ ਕੀਤਾ, ਅਤੇ ਇਹ ਕੇਵਲ 120 ਜਾਣਿਆਂ ਦੇ ਸਮੂਹ ਦੇ ਲੋਕਾਂ ਦੇ ਨਾਲ ਹੀ ਨਹੀਂ ਵਾਪਰਿਆ ਜਿਹੜੇ ਉੱਪਰਲੇ ਚੁਬਾਰੇ ਵਿੱਚ ਗਏ ਸਨ, ਪਰ ਅਸੀਂ ਇਹ ਵੇਖਿਆ ਕਿ ਅਫਸੀਆਂ ਦੀ ਕਿਤਾਬ ਦੇ ਪਹਿਲੇ ਅਧਿਆਇ ਤੇ ਉਸ ਦੀ 13ਵੀਂ ਤੇ 14ਵੀਂ ਆਇਤ ਦੇ ਵਿੱਚ, ਜਿੱਥੇ ਵਚਨ ਪਹਿਲਾਂ ਆਇਆ ਅਤੇ ਲੋਕਾਂ ਨੇ ਮਨੁੱਖ ਦੇ ਪੁੱਤਰ ਦੇ ਰੱਬੀ ਪ੍ਰਕਾਸ਼ਨ ਨੂੰ ਹਾਸਲ ਕੀਤਾ। ਪਰਮੇਸ਼ਵਰ ਮਨੁੱਖੀ ਸਰੀਰ ਦੇ ਵਿੱਚ ਛੁਪਿਆ ਹੋਇਆ, ਅਤੇ 13ਵੀਂ ਆਇਤ ਇਹ ਕਹਿੰਦੀ ਹੈ, ਉਸ ਵਿੱਚ ਜਿਸ ਵੇਲੇ ਤੁਸਾਂ ਸੱਚਾਈ ਦਾ ਵਚਨ ਅਰਥਾਤ ਆਪਣੀ ਮੁਕਤੀ ਦੀ ਖੁਸ਼ਖਬਰੀ ਸੁਣੀ ਅਤੇ ਉਸ ਵਿੱਚ ਨਿਹਚਾ ਵੀ ਕੀਤੀ, ਤਾਂ ਵਾਅਦੇ ਦੇ ਪਵਿੱਤਰ ਆਤਮਾ ਨਾਲ ਤੁਹਾਡੇ ਉੱਤੇ ਮੋਹਰ ਵੀ ਲੱਗੀ। ਮੋਹਰਬੰਦ ਉਹਨਾਂ ਦੇ ਵਿਸ਼ਵਾਸ ਕਰਨ ਤੋਂ ਬਾਅਦ, ਉਹਨਾਂ ਦੇ ਮਸੀਹ ਨੂੰ ਸਵੀਕਾਰ ਕਰਨ ਤੋਂ ਬਾਅਦ ਤਦ ਵਿਸ਼ਵਾਸੀਆਂ ਉੱਪਰ ਮੋਹਰ ਲੱਗੀ ਜਦੋਂ ਰਸੂਲਾਂ ਦੁਆਰਾ ਖੁਸ਼ਖਬਰੀ ਬਾਹਰ ਜਾਣੀ ਸ਼ੁਰੂ ਹੋਈ। ਹੁਣ ਅਜਿਹੀਆਂ ਸਿੱਖਿਆਵਾਂ ਨੂੰ ਸਵੀਕਾਰ ਕਰਨ ਵਿੱਚ ਅਸੀਂ ਗਲਤ ਹੋਣਾ ਨਹੀਂ ਚਾਹੁੰਦੇ ਕਿ ਪਹਿਲਾਂ ਵਚਨ ਦਾ ਜਾਨ ਦੇ ਅੰਦਰ ਆਉਣਾ ਜ਼ਰੂਰੀ ਹੈ, ਅਤੇ ਅਗਲੀ ਗੱਲ ਪਰਮੇਸ਼ਵਰ ਦੀ ਮੋਹਰ ਦਾ ਪਿੱਛਾ ਕਰਨਾ ਹੈ। ਇਹ ਉਸ ਦਾ ਵਿਰੋਧ ਨਹੀਂ ਕਰ ਸਕਦਾ ਜੋ ਪੈਂਤੇਕੁਸਤ ਦੇ ਦਿਨ ਵਾਪਰਿਆ, ਅਤੇ ਮੈਂ ਨਹੀਂ ਸੋਚਦਾ ਕਿ ਇਹ ਪੌਲਸ ਰਸੂਲ ਦੇ ਸ਼ਬਦਾਂ ਦਾ ਖੰਡਨ ਕਰੇਗਾ ਕਿ ਸਾਡੇ ਵਿਸ਼ਵਾਸ ਕਰਨ ਤੋਂ ਬਾਅਦ ਸਾਨੂੰ ਵਾਅਦੇ ਦੇ ਪਵਿੱਤਰ ਆਤਮਾ ਨਾਲ ਮੋਹਰ ਲਗਾਈ ਗਈ, ਜੋ ਇਹ ਪੱਕਾ ਸਬੂਤ ਹੈ, ਜੋ ਕਿ ਸਿਰਫ ਭੁਗਤਾਨ ਹੈ, ਅਤੇ ਇੱਥੋਂ ਤੱਕ ਕਿ ਪਰਮੇਸ਼ਵਰ ਦੀ ਮੋਹਰ ਸਿਰਫ ਇੱਕ ਭੁਗਤਾਨ ਹੈ। ਜਿਵੇਂ ਇਹਨਾਂ ਮਹਾਨ ਆਦਮੀਆਂ ਨੇ ਇਹਦੇ ਉੱਪਰ ਖਾਸ ਜ਼ੋਰ ਦਿੱਤਾ ਕਿ ਇਹ ਪੱਕਾ ਸਬੂਤ ਸੀ, ਅਤੇ ਉਹ ਪੱਕਾ ਸਬੂਤ ਪੂਰੇ ਛੁਟਕਾਰੇ ਤੋਂ ਪਹਿਲਾਂ ਸੀ। ਹਾਂ, ਸਾਡੇ ਵਿਰਸੇ ਦਾ ਭੁਗਤਾਨ ਜਦ ਤੱਕ ਕਿ ਖਰੀਦੀ ਹੋਈ ਮਲਕੀਅਤ ਦਾ ਛੁਟਕਾਰਾ ਨਹੀਂ ਹੁੰਦਾ। ਇਹ ਇੱਕ ਭੁਗਤਾਨ ਹੁੰਦਾ ਹੈ ਜਦੋਂ ਤੱਕ ਕਿ ਅਸੀਂ ਪੂਰੇ ਛੁਟਕਾਰੇ ਤੱਕ ਨਹੀਂ ਆਉਂਦੇ ਹਾਂ। ਕੀ ਅਸੀਂ ਵਿਸ਼ਵਾਸੀ ਹੋਣ ਦੇ ਵਜੋਂ ਗਲਤ ਹਾਂ, ਅਤੇ ਹੋਰ ਵਿਸ਼ਵਾਸੀ ਸਾਨੂੰ ਪਵਿੱਤਰ ਸ਼ਾਸਤਰ ਵਿੱਚ ਵਿਖਾਉਣਾ ਚਾਹੁਣ ਕਿ ਅਸੀਂ ਕਿੱਥੇ ਗਲਤ ਹਾਂ, ਅਤੇ ਸਾਨੂੰ ਪਵਿੱਤਰ ਆਤਮਾ ਦੁਆਰਾ ਨਵੇਂ ਸਿਧਾਂਤ ਨੂੰ ਸਮਝਣ ਦੀ ਲੋੜ ਹੋਵੇ? ਤੇ ਇਹ ਨਵਾਂ ਸਿਧਾਂਤ ਇਹ ਕਹਿੰਦਾ ਹੈ ਕਿ ਪਰਮੇਸ਼ਵਰ ਦੀ ਮੋਹਰ ਸਾਡੇ ਕੋਲ ਪਹਿਲਾਂ ਤੋਂ ਹੀ ਹੈ, ਵਚਨ ਦੇ ਰੂਪ ਵਿੱਚ ਪਵਿੱਤਰ ਆਤਮਾ ਦਾ ਵਹਾਇਆ ਜਾਣਾ, ਅਤੇ ਅਸੀਂ ਪੈਂਤੇਕੁਸਤ ਦੀ ਸ਼ਕਤੀ ਨੂੰ ਪਰ ਅਸਰ ਵਿੱਚ ਨਹੀਂ ਲਿਆ ਸਕਦੇ, ਅਤੇ ਅਸੀਂ ਬਸ ਉਠਾਏ ਜਾਣ ਵਾਲੇ ਹਾਂ। ਕੀ ਅਸੀਂ ਸੱਚਮੁੱਚ ਹੀ ਉਠਾਏ ਜਾਣ ਵਾਲੇ ਹਾਂ ਅਤੇ ਪਰਮੇਸ਼ਵਰ ਦੇ ਵਾਅਦੇ ਨਹੀਂ ਦੇਖੇ? ਤੇ ਮਹਾਨ ਵਾਅਦਾ ਜਿਹਨੇ ਸਾਨੂੰ ਵਿਸ਼ਵਾਸੀ ਬਣਾਉਣਾ ਸੀ, ਇਹ ਸਿਰਫ ਵਿਸ਼ਵਾਸੀਆਂ ਵਾਸਤੇ ਸੀ, ਜਿਹੜਾ ਇਹ ਕਹਿੰਦਾ ਹੈ ਕਿ ਇਹ ਨਿਸ਼ਾਨ ਨਿਹਚਾ ਕਰਨ ਵਾਲੇ ਲੋਕਾਂ ਦੇ ਨਾਲ ਨਾਲ ਹੋਣਗੇ। ਹੁਣ ਇਹ ਵਾਅਦਾ ਵਿਸ਼ਵਾਸੀਆਂ ਦੇ ਲਈ ਹੈ, ਨਾ ਕਿ ਗੈਰ ਵਿਸ਼ਵਾਸੀਆਂ ਲਈ। ਇਹ ਨਿਸ਼ਾਨ ਉਹਨਾਂ ਦੇ ਨਾਲ ਨਾਲ ਹੋਣਗੇ। ਮਰਕਸ 16ਵਾਂ ਅਧਿਆਇ, ਇੱਥੋਂ ਤੱਕ ਕਿ ਅਸੀਂ ਵਿਸ਼ਵਾਸੀਆਂ ਦੇ ਨਿਸ਼ਾਨਾਂ ਨੂੰ ਨਹੀਂ ਵੇਖਿਆ ਹੈ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ। ਸੰਤ ਯੂਹੰਨਾ 14ਵਾਂ ਅਧਿਆਇ ਉਹਦੀ 12 ਆਇਤ ਬਾਰੇ ਕੀ, ਜਿਹਦੇ ਬਾਰੇ ਅਸੀਂ ਬੋਲਦੇ ਹਾਂ ਕਿ ਤੁਸੀਂ ਇਹਨਾਂ ਤੋਂ ਵੀ ਵੱਡੇ ਵੱਡੇ ਕੰਮ ਕਰੋਗੇ। ਇਹ ਵਾਅਦੇ ਵਿਸ਼ਵਾਸੀਆਂ ਤੱਕ ਹਨ। ਇਹ ਨਿਸ਼ਾਨ ਵਿਸ਼ਵਾਸ ਕਰਨ ਵਾਲੇ ਲੋਕਾਂ ਦੇ ਨਾਲ ਹੋਣਗੇ। ਪਰਮੇਸ਼ਵਰ ਦੀ ਮਹਾਨ ਮੋਹਰ ਅਤੇ ਪਰਮੇਸ਼ਵਰ ਦੀ ਸ਼ਕਤੀ ਕੋਲ ਹੋਣ ਦੇ ਸਬੂਤ ਦੁਆਰਾ ਅਸੀਂ ਉਹ ਨਹੀਂ ਦੇਖਿਆ ਹੈ, ਇੱਥੋਂ ਤੱਕ ਕਿ ਜਿਹਦਾ ਪੈਂਤੇਕੁਸਤ ਦਿਨ ਹੋਇਆ ਸੀ, ਜਦੋਂ ਪਰਮੇਸ਼ਵਰ ਦੇ ਵਚਨ ਦਾ ਪ੍ਰਦਰਸ਼ਨ ਹੋ ਰਿਹਾ ਸੀ। ਕੀ ਇਹ ਪਵਿੱਤਰ ਆਤਮਾ ਦਾ ਕੋਈ ਅਲੱਗ ਰੂਪ ਹੈ, ਜਾਂ ਕੋਈ ਅਜਿਹੀ ਚੀਜ਼ ਜਿਹੜੀ ਵੱਡੇ ਭਰਾਵਾਂ ਦੇ ਉੱਤੇ ਪ੍ਰਗਟ ਹੋਈ, ਜਿਨ੍ਹਾਂ ਦਾ ਸਾਡੇ ਮਸੀਹਾਂ ਦੇ ਉੱਪਰ ਸੰਸਾਰ ਭਰ ਵਿੱਚ ਜ਼ਿਆਦਾ ਕੰਟਰੋਲ ਹੈ?
ਅਸੀਂ ਇਹ ਉਮੀਦ ਕਰ ਰਹੇ ਹਾਂ ਕਿ ਕੋਈ ਜਣਾ ਉਸ ਮਹਾਨ ਪੁਆਇੰਟ ਨੂੰ ਸਾਬਤ ਕਰੇ ਜਿਹਨੂੰ ਅਸੀਂ ਨਹੀਂ ਸਮਝਦੇ। ਜੇ ਉਠਾਇਆ ਜਾਣਾ ਬਹੁਤ ਨੇੜੇ ਹੈ ਤਾਂ ਸਾਨੂੰ ਸਿੱਖਣ ਦੀ ਲੋੜ ਹੈ, ਕਿਉਂਕਿ ਅਸੀਂ ਪਵਿੱਤਰ ਸ਼ਾਸਤਰ ਦੀਆਂ ਲਿਖਤਾਂ ਤੇ ਸੰਦੇਸ਼ ਨੂੰ ਫੋਲੋ ਕਰਦੇ ਹਾਂ ਅਤੇ ਪਰਮੇਸ਼ਰ ਦੇ ਮਹਾਨ ਮਸਾ ਕੀਤੇ ਹੋਏ ਸੇਵਾਦਾਰ ਮਲਾਕੀ 4:5-6 ਦੇ ਨਬੀ ਦਾ ਆਦਰ ਕਰਦੇ ਹਾਂ ਅਤੇ ਅਸੀਂ ਉਸ ਦੀਆਂ ਸਿੱਖਿਆਵਾਂ ਦੇ ਵਿੱਚ ਇਸ ਸਿਧਾਂਤ ਨੂੰ ਲੱਭ ਨਹੀਂ ਸਕਦੇ ਕਿ ਅਸੀਂ ਇਹਨੂੰ ਕਿਤੇ ਗਵਾ ਲਿਆ ਹੈ। ਅਸੀਂ ਇਹ ਜਾਣਨਾ ਪਸੰਦ ਕਰਾਂਗੇ ਕਿਉਂ ਕੋਈ ਜਾਣਾ ਨਹੀਂ ਆਉਂਦਾ ਤੇ ਉਸ ਵਿਸ਼ੇ ਦੇ ਉੱਪਰ ਸਾਨੂੰ ਮਹਾਨ ਰੋਸ਼ਨੀ ਤੇ ਮਹਾਨ ਸੱਚ ਸਿਖਾਉਂਦਾ। ਅਸੀਂ ਇਸ ਰਸਤੇ ਤੇ ਉਲਝਣ ਵਿੱਚ ਹਾਂ ਕਿ ਇਹ ਪੈਂਤੇਕੋਸਤ ਦਿਨ ਆਇਆ ਅਤੇ ਕਿਸ ਤਰ੍ਹਾਂ ਇਹ ਸੰਤਾਂ ਅਤੇ ਰਸੂਲਾਂ ਨੂੰ ਵੰਡਿਆ ਗਿਆ। ਅਗਲੀ ਗੱਲ, ਅਤੇ ਉਹ ਇੱਕ ਜਗ੍ਹਾ ਗਏ ਜਿਹਨੂੰ ਅਫਸੋਸ ਕਰਕੇ ਬੁਲਾਉਂਦੇ ਹਨ ਅਤੇ ਪੌਲਸ ਰਸੂਲ ਨੇ ਉਹਨਾਂ ਨੂੰ ਪੁੱਛਿਆ ਕਿ ਜਾਂ ਤੁਸਾਂ ਨੇਚਾ ਕੀਤੀ ਤਾਂ ਕੀ ਤੁਹਾਨੂੰ ਪਵਿੱਤਰ ਆਤਮਾ ਮਿਲਿਆ? ਉਹਨਾਂ ਨੇ ਆਖਿਆ, ਅਸਾਂ ਤਾਂ ਇਹ ਸੁਣਿਆ ਵੀ ਨਹੀਂ ਕਿ ਪਵਿੱਤਰ ਆਤਮਾ ਹੈਗਾ ਹੈ। ਹੁਣ ਇਹ ਲੋਕ ਵਿਸ਼ਵਾਸ ਕਰ ਰਹੇ ਸਨ, ਉਹ ਵਚਨ ਦੇ ਵਿਸ਼ਵਾਸੀ ਸਨ, ਪਰ ਉਹਨਾਂ ਨੇ ਅਜੇ ਤੱਕ ਵੀ ਪਵਿੱਤਰ ਆਤਮਾ ਦੇ ਬਾਰੇ ਸੁਣਿਆ ਨਹੀਂ ਸੀ। ਤਦ ਪੌਲਸ ਨੇ ਉਹਨਾਂ ਦੇ ਉੱਪਰ ਹੱਥ ਰੱਖੇ ਅਤੇ ਉਹ ਪਵਿੱਤਰ ਆਤਮਾ ਨਾਲ ਭਰ ਗਏ ਸਨ। ਇਹ ਇੱਕ ਤੀਸਰੀ ਗਵਾਹੀ ਹੈ ਜਿਹਦੇ ਬਾਰੇ ਅਸੀਂ ਵਿਸ਼ਵਾਸੀ ਵਿਚਾਰ ਵਟਾਂਦਰਾ ਕਰ ਸਕਦੇ ਹਾਂ। ਮੈਂ ਤੁਹਾਡਾ ਅਧਿਆਪਕ ਨਹੀਂ ਹਾਂ, ਪਰ ਮੈਂ ਇਹ ਇੱਛਾ ਕਰਦਾ ਹਾਂ ਕਿ ਤੁਸੀਂ ਆਪਣੇ ਨਬੀ ਕੋਲ ਜਾਓਗੇ, ਤੁਹਾਡੇ ਅਧਿਆਪਕ, ਤੁਹਾਡੇ ਰਸੂਲ, ਤੁਹਾਡੇ ਪਾਸਟਰ ਅਤੇ ਲੱਭਣ ਦੀ ਕੋਸ਼ਿਸ਼ ਕਰੋਗੇ, ਕਿਉਂਕਿ ਇਹਨਾਂ ਮਹਾਨ ਵਿਅਕਤੀਆਂ ਨੂੰ ਪਰਮੇਸ਼ਰ ਦੇ ਵਚਨ ਨੂੰ ਜਾਣਨਾ ਚਾਹੀਦਾ ਹੈ। ਉਹ ਇਸ ਯੋਗ ਹੋਣੇ ਚਾਹੀਦੇ ਹਨ ਕਿ ਤੁਹਾਨੂੰ ਦਿਖਾਉਣ ਕਿ ਸਿਰਫ ਪਰਮੇਸ਼ਰ ਦੇ ਵਚਨ 'ਤੇ ਵਿਸ਼ਵਾਸ ਕਰਨ ਦੁਆਰਾ ਤੁਹਾਡੇ ਕੋਲ ਪਵਿੱਤਰ ਆਤਮਾ ਦਾ ਬਪਤਿਸਮਾ ਕਿੱਦਾਂ ਹੋ ਸਕਦਾ ਹੈ ਅਤੇ ਪਰਮੇਸ਼ਰ ਤੁਹਾਡੀ ਇਸ ਨੂੰ ਸਮਝਣ 'ਚ ਮਦਦ ਕਰੇ, ਕਿਉਂਕਿ ਸਮਾਂ ਲੇਟ ਹੋ ਗਿਆ ਹੈ ਔਰ ਇਹ ਸੱਚ ਹੈ। ਭੈਣੋ ਤੇ ਭਰਾਵੋ, ਕੀ ਅਸੀਂ ਅਸਲ ਦੇ ਵਿੱਚ ਉਠਾਏ ਜਾਣ ਲਈ ਤਿਆਰ ਹੋ ਗਏ ਹਾਂ? ਕੀ ਅਸੀਂ ਸੱਚਮੁੱਚ ਤਿਆਰ ਹਾਂ ਤੇ ਪਰਮੇਸ਼ਰ ਦੀ ਮੋਹਰ ਵਚਨ ਦੇ ਰੂਪ ਵਿੱਚ ਸਾਡੇ ਕੋਲ ਹੈ? ਅਤੇ ਇੱਥੋਂ ਤੱਕ ਕਿ ਅਸੀਂ 1906 ਸਨ ਵਾਂਗ ਵੀ ਪ੍ਰਗਟ ਨਹੀਂ ਕਰ ਸਕਦੇ ਜਦੋਂ ਮਹਾਨ ਪਵਿੱਤਰ ਆਤਮਾ ਦਾ ਵਹਾਇਆ ਜਾਣਾ ਆਇਆ ਸੀ। ਕੀ ਤੁਸੀਂ ਇਹ ਮਹਿਸੂਸ ਨਹੀਂ ਕਰਦੇ ਕਿ ਤੁਹਾਨੂੰ ਜਾਣਨ ਦੀ ਜ਼ਰੂਰਤ ਹੈ? ਮੈਂ ਇੱਦਾਂ ਵਿਸ਼ਵਾਸ ਕਰਦਾ ਹਾਂ। ਇੱਕ ਹੋਰ ਗੱਲ ਵਿਚਾਰ ਕਰਨ ਵਾਲੀ ਹੈ ਵਿਸ਼ਵਾਸੀਓ, ਅਤੇ ਇਹ ਮਹਾਨ ਪਵਿੱਤਰ ਆਤਮਾ ਦੇ ਉਹਨਾਂ ਉੱਪਰ ਵਹਾਏ ਜਾਣ ਦੇ ਆਉਣ ਦਾ ਇੱਕ ਨਮੂਨਾ ਹੈ। ਪਰਮੇਸ਼ਰ ਦੀ ਮਹਾਨ ਮੋਹਰ ਤੇ ਅਸਲ ਵਿੱਚ ਇਹ ਪ੍ਰਭੂ ਭੋਜ ਨੂੰ ਪੇਸ਼ ਕਰਨ ਦਾ ਤੱਥ ਹੈ, ਜਿੱਥੇ ਦਾਖਰਸ ਇੱਕ ਗੱਲ ਨੂੰ ਪੇਸ਼ ਕਰਦੀ ਹੈ ਅਤੇ ਰੋਟੀ ਕਿਸੇ ਹੋਰ ਗੱਲ ਨੂੰ ਦਰਸਾਉਂਦੀ ਹੈ। ਪ੍ਰਭੂ ਭੋਜ ਇਸ ਤਰ੍ਹਾਂ ਲੈਣਾ ਹੈ ਜਿੱਦਾਂ ਕਿ ਪ੍ਰਭੂ ਨੇ ਇਜ਼ਰਾਈਲ ਦੇ ਬੱਚਿਆਂ ਨੂੰ ਸਿਖਾਇਆ ਅਤੇ ਉਹਨਾਂ 12 ਰਸੂਲਾਂ ਉੱਤੇ ਪ੍ਰਗਟ ਕੀਤਾ ਕਿ ਪਹਿਲਾਂ ਰੋਟੀ ਨੂੰ ਤੋੜਿਆ ਅਤੇ ਉਹਨਾਂ 12 ਰਸੂਲਾਂ ਨੂੰ ਖਵਾਇਆ। ਉਹਨਾਂ ਦੇ ਰੋਟੀ ਖਾਣ ਤੋਂ ਬਾਅਦ ਫਿਰ ਉਸਨੇ ਉਹਨਾਂ ਨੂੰ ਦਾਖਰਸ ਦਾ ਇੱਕ ਪਿਆਲਾ ਦਿੱਤਾ ਅਤੇ ਕਿਹਾ, ਤੁਸੀਂ ਸਾਰੇ ਇਹਦੇ ਵਿੱਚੋਂ ਪੀਓ। ਉਸ ਦੀ ਵਿਆਖਿਆ ਦੇ ਅਨੁਸਾਰ ਉਸ ਸਮੇਂ ਤੋਂ ਇਹ ਰੋਟੀ ਪ੍ਰਭੂ ਦਾ ਵਚਨ ਸੀ ਅਤੇ ਉਹਨਾਂ ਨੇ ਪਹਿਲਾਂ ਰੋਟੀ ਨੂੰ ਖਾਣਾ ਸੀ ਅਤੇ ਫਿਰ ਦਾਖਰਸ ਨੂੰ ਪੀਣਾ ਸੀ। ਹੁਣ ਮੈਂ ਇਹ ਪੱਕਾ ਨਹੀਂ ਹਾਂ ਕਿ ਜੇ ਸਾਰੇ ਵਿਸ਼ਵਾਸੀ ਇਸ ਤਰ੍ਹਾਂ ਦਾ ਵਿਸ਼ਵਾਸ ਕਰਦੇ ਹਨ, ਪਰ ਇਹ ਰੋਟੀ ਪਰਮੇਸ਼ਰ ਦਾ ਵਚਨ ਹੈ। ਪਰ ਉੱਥੇ ਕੁਝ ਸੀ ਜਿਨ੍ਹੇ ਰੋਟੀ ਖਾਣ ਤੋਂ ਬਾਅਦ ਆਉਣਾ ਸੀ ਅਤੇ ਇਹ ਦਾਖਰਸ ਦਾ ਪੀਣਾ ਸੀ ਅਤੇ ਉਹਨਾਂ ਨੇ ਇੱਕੋ ਪਿਆਲੇ ਵਿੱਚੋਂ ਇਸ ਨੂੰ ਪੀਣਾ ਸੀ ਅਤੇ ਹਰੇਕ ਮਨੁੱਖ ਜਿਹੜਾ ਇਸ ਪਿਆਲੇ ਵਿੱਚੋਂ ਪੀਣ ਜਾ ਰਿਹਾ ਸੀ, ਇਹ ਪਵਿੱਤਰ ਆਤਮਾ ਨੂੰ ਪ੍ਰਦਰਸ਼ਿਤ ਕਰ ਰਿਹਾ ਸੀ ਜਿਹੜਾ ਪੈਂਤੇਕੋਸਤ ਦਿਨ ਉਹਨਾਂ ਨੇ ਪ੍ਰਾਪਤ ਕੀਤਾ। ਇਸ ਲਈ ਉਹ ਪਹਿਲਾਂ ਤੋਂ ਹੀ ਇਸ ਰੋਟੀ ਨੂੰ ਖਾ ਚੁੱਕੇ ਸਨ ਅਤੇ ਪੈਂਤੇਕੋਸਤ ਦਿਨ ਨੂੰ ਮਹਾਨ ਪਵਿੱਤਰ ਆਤਮਾ ਦਾ ਵਹਾਇਆ ਜਾਣਾ, ਪਰਮੇਸ਼ਰ ਦੀ ਮੋਹਰ, ਪਵਿੱਤਰ ਆਤਮਾ ਦਾ ਬਪਤਿਸਮਾ ਉਹਨਾਂ ਦੇ ਉੱਪਰ ਆਇਆ। ਤਦ ਉੱਥੇ ਪ੍ਰਭੂ ਦਾ ਵਚਨ ਇਹ ਪੂਰਾ ਹੋਇਆ ਕਿ ਮੈਂ ਆਪਣੇ ਪਿਤਾ ਦੇ ਰਾਜ ਵਿੱਚ ਤੁਹਾਡੇ ਨਾਲ ਇਸ ਨੂੰ ਨਵਾਂ ਕਰਕੇ ਪੀਵਾਂਗਾ। ਉਸਨੇ ਪ੍ਰਭੂ ਭੋਜ ਦੀ ਦਾਖਰਸ ਨੂੰ ਵੱਖਰੇ ਤਰੀਕੇ ਨਾਲ ਪੀਤਾ ਕਿਉਂਕਿ ਪਵਿੱਤਰ ਆਤਮਾ ਉਹਨਾਂ ਦੇ ਉੱਪਰ ਆ ਗਿਆ ਸੀ। ਇਹ ਗੱਲ ਰਸੂਲਾਂ ਦੇ ਨਾਲ ਰਹੀ ਅਤੇ ਇਹ ਰੋਟੀ ਪਰਮੇਸ਼ਰ ਦੇ ਵਚਨ ਨੂੰ ਦਰਸਾਉਂਦੀ ਹੈ ਅਤੇ ਕੇਵਲ ਜਦੋਂ ਲੋਕਾਂ ਨੇ ਰਸੂਲਾਂ ਅਤੇ ਪਰਮੇਸ਼ਰ ਦੇ ਵਚਨ ਦਾ ਵਿਸ਼ਵਾਸ ਕੀਤਾ, ਫਿਰ ਉਹਨਾਂ ਨੇ ਪਿਆਲੇ ਵਿੱਚੋਂ ਪੀਤਾ। ਕੀ ਅਸੀਂ ਇਸ ਦਾ ਵਿਰੋਧ ਕਰ ਸਕਦੇ ਹਾਂ?
ਸਾਨੂੰ ਕਰਨਾ ਨਹੀਂ ਚਾਹੀਦਾ। ਹੋਵੇ ਕਿ ਪਰਮੇਸ਼ਰ ਸਾਨੂੰ ਰੋਸ਼ਨੀ ਤੇ ਸਮਝ ਦੇਵੇ ਕਿ ਅਸੀਂ ਸਿਰਫ ਪਰਮੇਸ਼ਰ ਦੇ ਵਚਨ ਦਾ ਵਿਸ਼ਵਾਸ ਕਰੀਏ ਜਿਵੇਂ ਕਿ ਇਹ ਕਿਤਾਬ ਦੇ ਵਿੱਚ ਹੈ। ਪਰਮੇਸ਼ਰ ਤੁਹਾਨੂੰ ਬਰਕਤ ਦੇਵੇ। ਵਿਸ਼ਵਾਸੀਓ, ਤੁਹਾਡਾ ਬਹੁਤ ਹੀ ਜ਼ਿਆਦਾ ਧੰਨਵਾਦ। ਅਤੇ ਹੋਵੇ ਕਿ ਅਸੀਂ ਇਹਨਾਂ ਗੱਲਾਂ ਦੇ ਬਾਰੇ ਸੋਚੀਏ ਅਤੇ ਜੇ ਸਾਡੇ ਕੋਲ ਕੋਈ ਹੋਰ ਸਿਧਾਂਤ ਹੈ ਅਸੀਂ ਥੋੜ੍ਹੀ ਬਹੁਤ ਗੱਲ ਕਰਾਂਗੇ, ਜੇਕਰ ਤੁਹਾਡੇ ਮਨ ਅਜੇ ਵੀ ਖੁੱਲ੍ਹੇ ਹਨ। ਅਤੇ ਤਦ ਤੱਕ ਜਦ ਤੱਕ ਤੁਹਾਡੀ ਸਮਝ ਨਹੀਂ ਖੁੱਲ੍ਹਦੀ, ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਮੇਰੀ ਨਿੰਦਿਆ ਕਰਨ ਲਈ ਤਿਆਰ ਨਹੀਂ ਹੋ, ਕਿਉਂਕਿ ਮੈਂ ਸਿਰਫ ਪਵਿੱਤਰ ਸ਼ਾਸਤਰ ਦੇ ਹਵਾਲੇ ਦਿੱਤੇ ਹਨ। ਹੋਵੇ ਕਿ ਪਰਮੇਸ਼ਰ ਤੁਹਾਨੂੰ ਬਹੁਤਾਇਤ ਨਾਲ ਬਰਕਤ ਦੇਵੇ। ਆਮੀਨ।